ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਂ ਨਾਲੋਂ ਪੁੱਤ ਨੂੰ ਤੇ ਪੁੱਤ ਨਾਲੋਂ ਮਾਂ ਨੂੰ ਕੋਈ ਵੱਖ ਨਹੀਂ ਕਰ ਸਕੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਲੇ ਨੂੰ ਮਾਰਨ ਦੀ ਹਿੰਮਤ ਕੀਤੀ ਤੇ ਪਿੰਡਾਂ 'ਚ ਨਾ ਬੈਠੇ ਰਿਓ ਜੇ, ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਹੀਰਾ ਕੱਤ ਕੇ ਆਇਓ। ਦੇ ਟਾਈਮ ਅਸੀਂ ਆਵਾਂਗੇ, ਲਿਆ ਆਪਣੇ ਜਿਹੜੇ ਰਾਠੀਆਂ ਵਾਲੇ ਮਕਾਉਣ, ਪਰ ਤੁਸੀਂ ਖੁੱਡਾਂ 'ਚ ਵੜ ਜਾਂਦੇ ਹੋ। ਇਹ ਗਿਆਨੀ ਸਾਨੂੰ ਦਬਕੇ ਮਾਰ ਕੇ ਸਾਡੀ ਕੌਮ ਨੂੰ ਡਰਾਵੇ ਨਾ, ਇਹ ਆਪਣਾ ਆਪ ਬਚਾਵੇ ਕਿ ਸੰਗਤ ਦੇ ਵਿੱਚ ਇਹਨੇ ਆਉਣਾ ਤੇ ਕਿਸ ਤਰ੍ਹਾਂ ਆਉਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਵਾਲਾਂ ਵਿੱਚ ਘਿਰਦੀ ਆ ਰਹੀ ਹੈ, ਚਾਹੇ ਉਹ ਗਾਇਬ ਹੋਏ 328 ਪਾਵਨ ਸਰੂਪਾਂ ਦਾ ਮਾਮਲਾ ਹੋਵੇ ਜਾਂ ਫਿਰ SGPC ਦੇ ਪ੍ਰਬੰਧਾਂ ਵਿੱਚ ਕੀਤੇ ਜਾਂਦੇ ਘਪਲਿਆਂ ਦਾ ਮਾਮਲਾ ਹੋਵੇ। ਹੁਣ ਇੱਕ ਨਵਾਂ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਹ ਮਾਮਲਾ ਹੈ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨਾਂ ਦਾ। ਹਾਲਾਂਕਿ ਸਿੱਖ ਸੰਗਤ ਗਾਇਬ ਹੋਏ 328 ਪਾਵਨ ਸਰੂਪਾਂ ਦਾ ਜਵਾਬ ਲੈਣ ਲਈ ਇਹ ਧਰਨੇ ਪ੍ਰਦਰਸ਼ਨ ਕਰ ਰਹੀ ਹੈ, ਪਰ ਉਧਰ SGPC ਵੱਲੋਂ 328 ਪਾਵਨ ਸਰੂਪਾਂ ਦੀ ਜਾਂਚ ਰਿਪੋਰਟ ਪੇਸ਼ ਕਰਨ ਤੋਂ ਬਾਅਦ ਵੀ ਸਿੱਖ ਸੰਗਤ ਸੰਤੁਸ਼ਟ ਨਹੀਂ ਜਾਪਦੀ। ਇਸੇ ਸਬੰਧ ਵਿੱਚ ਕੁਝ ਦਿਨ ਪਹਿਲਾਂ ਪੰਥਕ ਅਕਾਲੀ ਲਹਿਰ ਵੱਲੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਲੰਘੇ ਦਿਨੀ SGPC ਦੇ ਸ਼ਤਾਬਦੀ ਸਮਾਗਮ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਭਾਵੇਂ ਕਿ ਉਹਨਾਂ ਨੇ ਭਾਈ ਰਣਜੀਤ ਸਿੰਘ ਦਾ ਸਿੱਧਾ ਨਾਮ ਨਹੀਂ ਲਿਆ, ਪਰ ਉਹਨਾਂ ਦਾ ਇਸ਼ਾਰਾ ਤਾਂ ਇੱਧਰ ਹੀ ਜਾਪਦਾ ਹੈ। ਹੁਣ ਮੌਜੂਦਾ ਤੇ ਸਾਬਕਾ ਜਥੇਦਾਰਾਂ ਵੱਲੋਂ ਜਿਹੜੀ ਬਿਆਨਬਾਜ਼ੀ ਕੀਤੀ ਗਈ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ। ਸ਼੍ਰੋਮਣੀ ਅਕਾਲੀ ਦਲ ਪੰਜਾਬ ਟੂ ਪੰਥ ਸਫ਼ਰ ਜਿਹੜਾ ਹੈ ਉਹ ਪ੍ਰਾਰੰਭ ਕਰ ਦੇਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਂ ਨਾਲੋਂ ਪੁੱਤ ਨੂੰ ਤੇ ਪੁੱਤ ਨਾਲੋਂ ਮਾਂ ਨੂੰ ਕੋਈ ਵੱਖ ਨਹੀਂ ਕਰ ਸਕੇਗਾ। तो ਅਸੀਂ ਦੇਖ ਰਹੇ ਹਾਂ ਕਿ ਝੂਠ ਰਚ ਕੇ ਤੁਸੀਂ ਬੋਲ ਰਹੇ ਹੋ ਤੇ ਇਲਜ਼ਾਮ ਸਾਡੇ ਤੇ ਲਾਉਂਦੇ ਹੋ। ਇਹ ਕਿਸ ਤਰ੍ਹਾਂ ਦੇ ਦ੍ਰਿਸ਼ਟਾਂਤ ਨੇ? ਮਾਂ ਪ੍ਰਬੰਧਕ ਕਮੇਟੀ ਤੇ ਪੁੱਤ ਅਕਾਲੀ ਦਲ, ਇਹਨਾਂ ਨੂੰ ਕੋਈ ਜੁਦਾ ਨਹੀਂ ਕਰ ਸਕਦਾ। ਵੀ ਇਹਨਾਂ ਨੂੰ ਜੁਦਾ ਕਰਨ ਤੁਰਿਆ ਕੌਣ ਹੈ? ਇਹਨਾਂ ਦਾ ਬੇੜਾ ਕਰਕੇ ਕਿਹਨੇ ਕੀਤਾ ਇਹ ਵੀ ਤੇ ਦੱਸ ਨਾ। ਲਖਵੰਤ ਸਿੰਘ ਨੇ ਹੁਣੇ ਦੱਸਿਆ ਕਿ ਜੇ ਅਕਾਲੀ ਦਲ ਤੇਰੀ ਨਿਗਾਹ 'ਚ ਪੁੱਤ ਆ ਤੇ ਪੁੱਤ ਨੇ ਬੱਚੇ ਮਰਵਾਏ, ਪੁੱਤ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੜਵਾਏ ਤੇ ਉਹਨਾਂ ਦਾ ਸ਼ਰਮਦਾਤਾ ਬਣਿਆ, ਜਿਹਨੇ ਬਰਗਾੜੀ ਦੇ ਸਰੂਪ ਸਾੜਿਆ ਤੇ ਪਾੜਿਆ ਵੰਗਾਰ ਕੇ, ਉਹਨੂੰ ਸ਼ਰਮ ਕਿਹਨੇ ਦਿੱਤੀ? ਪੁੱਤ ਨੇ, ਅਕਾਲੀ ਦਲ ਦੇ ਪ੍ਰਧਾਨ ਨੇ। 3 ਸਾਲ ਲਗਾਤਾਰ ਉਹਦੀ ਸਰਕਾਰ ਰਹੀ। ਉੱਥੇ 2 ਬੱਚੇ ਗੋਲੀਆਂ ਨਾਲ ਵਿੰਨੇ, 100 ਦੇ ਕਰੀਬ ਜ਼ਖਮੀ ਹੋਏ, ਜਲਿਆਂਵਾਲਾ ਕਾਂਡ ਬਣਿਆ ਤੇ ਉਹਨਾਂ ਜਰਨੈਲਾਂ ਨੂੰ ਨਵਾਜਿਆ ਕਿਹਨੇ? ਪੁੱਤ ਨੇ, ਜਿਹੜਾ ਅਕਾਲੀ ਦਲ ਦਾ ਪ੍ਰਧਾਨ ਸੀ। ਫਿਰ ਉਹ ਜਿਹੜੇ ਜਰਨੈਲ ਸੀ ਉਹ ਤੇਰੇ DGP ਬਣੇ ਪੰਜਾਬ ਦੇ, ਤੇਰੇ ਸੈਨਾ ਨਾਲ, ਜਿਨ੍ਹਾਂ ਨੇ ਬੱਚੇ ਕੋਹ ਕੇ ਮਾਰੇ, ਸਿੱਖ ਬੱਚੇ। ਇਹ ਕਿਹੋ ਜਿਹਾ ਪੁੱਤ ਆ ਤੇ ਕਿਹੋ ਜੀ ਮਾਂ ਜਿਹੜੀ ਬੋਲੀ ਨਹੀਂ, ਜਿਹਨੇ ਵੈਣ ਨਹੀਂ ਪਾਏ ਕਿ ਮੇਰੇ ਬੱਚੇ ਮਾਰਤੇ, ਮੇਰੇ ਪੁੱਤ ਪੋਤਰੇ ਮਾਰਤੇ, ਤੂੰ ਕਿਹੋ ਜਿਹਾ ਨਲਾਇਕ ਪੁੱਤ ਜੰਮ ਪਿਆ। ਤੇ ਕਿਹੋ ਜੀ ਸਾਨੂੰ ਦਸਤਾਨ ਦੇ ਰਹੇ ਨੇ, ਕਿਹੋ ਜਿਹੇ ਸਾਨੂੰ ਇਹ ਹਵਾਲੇ ਦੇ ਰਹੇ ਨੇ। ਪੁੱਤ ਜਿਹੜਾ ਉਹ ਹੁਕਮ ਦੇ ਕੇ ਬੱਚੇ ਕਤਲ ਕਰਵਾਉਂਦਾ ਤੇ ਮਾਂ ਉਹਨਾਂ ਨੂੰ ਸਰੋਪੇ ਦੇਣ ਰਹੀ ਹੈ। ਉਮਰਾ ਨੰਗਲ ਗਿਆ ਉੱਥੇ, ਜਿਹਨੇ ਗੋਲੀ ਚਲਾਈ, ਜਿੱਤੇ ਕੇਸ ਬਣਿਆ, ਜਿਹੜਾ ਅੰਦਰ ਰਿਹਾ ਉਹ ਹਰਿਮੰਦਰ ਸਾਹਿਬ ਗਿਆ ਤੇ ਬਕਾਇਦਾ ਹੁਕਮ ਹੋਇਆ ਕਿ 2 ਦਿਨ ਉੱਥੇ ਰਹੂਗਾ, ਉਹਦੀ ਸੇਵਾ ਹੋਵੇ। ਫਿਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਮਕਾਮ ਤੇ ਉਹਦਾ ਅਖੰਡ ਪਾਠ ਹੋਇਆ, ਜਿੱਥੇ ਹਰ ਸਿਮਰਤ ਦਾ ਹੀ ਹੁੰਦਾ, ਹੋਰ ਕਿਸੇ ਦਾ ਹੁੰਦਾ ਹੀ ਨਹੀਂ। ਉਥੋਂ ਬਾਅਦ ਉਹਨੂੰ ਅਰਦਾਸ ਤੋਂ ਬਾਅਦ ਉਹਨੂੰ ਸਰੋਪਾ ਦਿੱਤਾ ਗਿਆ। ਕਦੀ ਇਸੇ ਪਰਿਵਾਰ ਨੇ ਜਨਰਲ ਡਾਇਰ ਨੂੰ ਦਿੱਤਾ। ਤੇ ਹੁਣ ਗਿਆਨੀ ਦੱਸੇ ਮਾਂ ਕਿਹੋ ਜਿਹੀ ਆ। ਪੁੱਤ ਕਤਲ ਹੋ ਰਿਹਾ, ਪੁੱਤ ਕਤਲ ਕਰਵਾ ਰਿਹਾ ਸਿੱਖਾਂ ਦੇ ਬੱਚਿਆਂ ਦੇ, ਤੇ ਕਾਤਲਾਂ ਨੂੰ ਜਰਨੈਲ ਬਣਾ ਰਿਹਾ ਆਪਣੇ, ਤੇ ਫਿਰ ਸਰੋਪਾ ਮਾਂ ਦੇ ਰਹੀ ਹੈ। ਇਹ ਵੈਣ ਕਿਉਂ ਨਹੀਂ ਪਏ ਮਾਂ ਨੇ? ਤੁਸੀਂ ਕਿੱਥੇ ਮਰ ਗਏ ਸੀ ਉਦੋਂ? ਅੱਜ ਫੇਰ ਉਹੀ ਤਾਲ, ਉਹੀ ਜਵਾਬ, ਉਹੀ ਹਿਸਾਬ। ਅਸੀਂ 4 ਘੰਟੇ ਬੈਠੇ ਉੱਥੇ ਕਿ ਸਾਨੂੰ ਦੱਸੋ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਕਿਹਦੇ ਹੁਕਮ ਨਾਲ ਕਿੱਥੇ ਗਏ? ਜੇ ਸੱਚ ਆ, ਤੁਹਾਡੇ ਪੱਲੇ ਸੱਚ ਆ,
ਤੇ ਸੰਗਤ ਬੈਠੀ ਹਜ਼ਾਰਾਂ ਦੀ, ਕੋਈ ਪਾਕਿਸਤਾਨੀ ਨਹੀਂ ਆਏ, ਕੋਈ ਸੈਨਾ ਨਹੀਂ ਬੈਠੇ, ਭਾਵੇਂ ਹਰਪ੍ਰੀਤ ਸਿੰਘ ਹੋਵੇ, ਭਾਵੇਂ ਗੋਬਿੰਦ ਲੌਂਗੋਵਾਲ ਹੋਵੇ, ਉੱਥੇ ਆ ਕੇ ਦੱਸ ਸਕਦਾ, ਖੜਾ ਹੋ ਕੇ ਸਾਡਾ ਮੈਕ ਲੈ ਕੇ ਦੱਸ ਸਕਦਾ ਕਿ ਪੁੱਛੋ ਕੀ ਪੁੱਛਦੇ ਹੋ। ਪਰ ਕਾਲੇ ਅੰਦਰੋਂ ਪਾਪ ਨੇ, ਪਾਪ ਕੰਬਦੇ ਨੇ, ਵੜਿਆ ਨਹੀਂ ਕੋਈ ਉੱਥੇ। ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁੱਤਰਾਂ ਨੂੰ ਕਹਿਣਾ ਚਾਹੁੰਦਾ ਕਿ ਭਵਿੱਖ ਦੇ ਵਿੱਚ ਜੇ ਕਿਸੇ ਫੇਰ ਸਿਰ ਫੇਰੇ ਨੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਲੇ ਨੂੰ ਮਾਰਨ ਦੀ ਹਿੰਮਤ ਕੀਤੀ ਤੇ ਪਿੰਡਾਂ 'ਚ ਨਾ ਬੈਠੇ ਰਹੋ ਜੇ, ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਹੀਰਾ ਕੱਤ ਕੇ ਆਇਓ ਤਾਂ ਕਿ ਕੋਈ ਦੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੇਟਾਂ ਨੂੰ ਤਾਲੇ ਮਾਰਨ ਦੀ ਹਿੰਮਤ ਨਾ ਕਰ ਸਕੇ। ਲੇਕਿਨ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਚੜ੍ਹ ਕੇ ਆਏ। ਧਰਨੇ ਲਾਉਣੇ ਨਾ ਲੀਡਰਾਂ ਦੇ ਬੂਹਿਆਂ ਮੂਹਰੇ ਲਾਓ, ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਬੂਹੇ ਮੂਹਰੇ ਕਾਹਦੇ ਧਰਨੇ ਬਾਈ? ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਹੈ, ਜਿੱਥੋਂ ਜਦੋਂ ਅਸੀਂ ਇੱਥੇ ਤਲਵਾਰਾਂ ਲਹਿਰਾ ਕੇ ਜਕਾਰੇ ਛੱਡਦੇ ਹਾਂ, ਦੁਨੀਆ ਦੇ ਸਿੱਖ ਨਹੀਂ ਵੇਖਦੇ ਸਾਡੇ ਜਕਾਰਿਆਂ ਨੂੰ ਤੇ ਸਾਡੀਆਂ ਲਹਿਰਾਈਆਂ ਤਲਵਾਰਾਂ ਨੂੰ, ਹਿੰਦੂ ਵੀ ਵੇਖਦੇ ਨੇ, ਮੁਸਲਮਾਨ ਵੀ ਵੇਖਦੇ ਨੇ। ਸਾਡਾ ਕੀ ਪ੍ਰਭਾਵ ਜਾਂਦਾ ਹੈ? ਮੈਂ 4 ਘੰਟੇ ਜਾਪ ਕੀਤਾ ਤੇ ਬਾਣੀ ਪੜ੍ਹੀ, ਕੀਰਤਨ ਹੋਇਆ, ਸਾਰੀ ਦੁਨੀਆ ਨੇ ਲਾਈਵ ਦੇਖਿਆ। ਪਰ ਇਹ ਜਦੋਂ ਬੋਲਦਾ ਗ੍ਰੰਥੀ, ਇੱਥੇ ਨਾਅਰੇ ਵੱਜ ਰਹੇ ਸੀ। ਅਸੀਂ ਇੰਨਾ ਖਿਆਲ ਰੱਖਿਆ ਕਿ ਜਿਹੜੀ ਸਰਕਾਰੀ ਸੜਕ ਹੈ ਅਸੀਂ ਉੱਤੇ ਬੈਠੇ ਘੰਟਾ ਘਰ ਦੇ ਅੱਗੇ। ਸਾਡਾ ਇੰਨੀ ਕੋਸ਼ਿਸ਼ ਸੀ ਕਿ ਹਰਿਮੰਦਰ ਸਾਹਿਬ ਵੱਲ ਕਿਸੇ ਸਿੱਖ ਦੀ ਪਿੱਠ ਨਾ ਹੋਵੇ। ਮੇਰੀ ਇਹ ਕੋਸ਼ਿਸ਼ ਕਿ ਮੈਂ ਹਰਿਮੰਦਰ ਸਾਹਿਬ ਮੱਥਾ ਟੇਕਣ ਨਹੀਂ ਜਾਣਾ, ਕਿਉਂਕਿ ਮੈਂ ਗਿਆ ਤੇ ਮੇਰੇ ਪਿੱਛੇ ਸੰਗਤ ਬਹੁਤ ਜਾਊਗੀ ਤੇ ਕੋਈ ਜਕਾਰਾ ਛੱਡੂਗਾ ਤੇ ਅਪਮਾਨ ਹੋਊਗਾ ਗੁਰੂ ਮਰਿਆਦਾ ਦਾ। ਕਿਉਂਕਿ ਹਰਿਮੰਦਰ ਸਾਹਿਬ ਦੀ ਮਰਿਆਦਾ ਦੇ ਵਿੱਚ, ਹਰਿਮੰਦਰ ਸਾਹਿਬ ਦੇ ਵਿੱਚ ਬੋਲੇ ਸੋ ਦਿਹਾਲ ਦਾ ਜਕਾਰਾ ਨਹੀਂ ਛੱਡਿਆ ਜਾਂਦਾ। ਅਸੀਂ ਤੇ ਇੰਨਾ ਧਿਆਨ ਰੱਖੀਏ। ਤੁਸੀਂ ਸਾਡੇ ਤੇ ਰੋਪ ਲਾਓ ਜੀ, ਇੱਥੇ ਤਾਲੇ ਲਾਉਣ ਆਏ, ਤੁਸੀਂ ਹੁਣ ਡਾਂਗਾਂ ਖਰੀਦ ਲਓ, ਤੁਸੀਂ ਹੁਣ ਪਿੰਡਾਂ ਤੋਂ ਵਹੀਰਾਂ ਘੱਤ ਕੇ ਆ ਜਾਓ। ਤੇਰੇ ਹੁਕਮ ਨਾਲ ਡਾਂਗਾਂ ਖਰੀਦ ਕੇ ਸਾਡੇ ਲੱਤਾਂ ਬਾਹਾਂ ਤੋੜੀਆਂ ਜਾ ਸਕਦੀਆਂ, ਉਹ ਮਰਿਆਦਾ ਹੈਗੀ ਆ। ਪਰ ਅਸੀਂ ਉੱਥੇ ਸ਼ਾਂਤਮਈ ਢੰਗ ਨਾਲ ਨਿਤਨੇਮ ਕਰਕੇ ਜਾਂ ਜਾਪ ਕਰਕੇ ਸਤਿਨਾਮ ਵਾਹਿਗੁਰੂ ਦਾ ਜਾਂ ਕੀਰਤਨ ਕਰਕੇ ਬਹਿ ਨਹੀਂ ਸਕਦੇ। ਇਹ ਵੇਟ ਨਹੀਂ ਕਰ ਸਕਦੇ ਤੇਰੀ ਕਿ ਜਵਾਬ ਦੇ ਆ ਕੇ। ਇਹ ਕਿਹੋ ਜਿਹੀ ਮਰਿਆਦਾ? ਆਖੇ ਜੀ ਤੁਸੀਂ ਡਾਂਗਾਂ ਖਰੀਦ ਲਓ ਤੇ ਹੁਣ ਜਿਹੜੇ ਆਉਣ ਉਹਨਾਂ ਨੂੰ ਭੰਨ ਦਿਓ। ਇਹ ਸਾਡਾ ਬਾਦਲ ਸਾਹਿਬ ਵੱਲੋਂ ਬਣਾਇਆ ਜਥੇਦਾਰ ਹੈ, ਜਿਹੜਾ ਬਾਬਾ ਬੁੱਢਾ ਜੀ ਦੇ ਨਾਂ ਤੇ ਕਲੰਕ ਬਣਿਆ ਹੋਇਆ ਹੈ ਗ੍ਰੰਥੀ। ਪਤਾ ਹੀ ਨਹੀਂ ਕੀ ਬੋਲੀ ਜਾਂਦਾ। ਇੱਕ ਇਹ ਜਿਹੜਾ ਕੋਲ ਬੈਠਾ ਉਹ ਤੇ ਖਾ ਲੈਂਦਾ ਕਾਂ ਦੇ ਸਿਰ ਜਿੰਨੀ ਫੀਮ, ਉਹਨੂੰ ਤਾਂ ਪਤਾ ਹੀ ਨਹੀਂ ਕੀ ਬੋਲਣਾ ਹੁੰਦਾ। ਇਹਦੀ ਵੀ ਮੱਤ ਮਾਰੀ ਗਈ ਕੱਲ ਤੋਂ। ਕਿੱਡੀ ਬੇਹੂਦਾ ਕਿਸਮ ਦੀ ਸ਼ਬਦਾਵਲੀ ਵਰਤੀ ਉਹਨੇ। ਝੱਬਰ ਨੇ ਲਾਠੀਆਂ ਖਰੀਦ ਕੇ ਨਰੈਣੂ ਮੰਤ ਨੂੰ ਕੱਢਿਆ ਤੇ ਗਿਆ ਬਾਹਰੋਂ, ਤੇ ਅਸੀਂ ਬਾਹਰੋਂ ਜਾ ਕੇ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਹੀ ਕੀਤਾ ਤੇ ਤੇਰੇ ਢਿੱਡ ਪੀੜ ਹੋਣ ਲੱਗ ਪਈ। ਝੱਬਰ ਨੇ ਤੇ ਲਾਠੀਆਂ ਖਰੀਦੀਆਂ ਤੇ ਰਾਈਫਲਾਂ ਪਾਈਆਂ ਮੋਢੇ ਤੇ, ਘੋੜੀਆਂ ਤੇ ਗਏ ਤੇ ਅਸੀਂ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਹੀ ਕੀਤਾ ਸੀ। ਤੈਨੂੰ ਤਕਲੀਫ ਹੋ ਗਈ। ਤੇਰਾ ਆਕਾ ਤੇ ਬੋਲਦਾ ਨਹੀਂ, ਤੂੰ ਕਿਉਂ ਬੋਲਦਾ? ਉਹਨੂੰ ਆਪਣੇ ਆਕਾ ਨੂੰ ਕਹੇ ਸਾਡਾ ਜਵਾਬ ਦੇਵੇ। ਤੋ ਇਹ ਸਾਰੇ ਜੋ ਕੁਛ ਵੀ ਇਹ ਡਰਾਮਾ ਹੋ ਰਿਹਾ, ਇਹ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਦੀ ਮਿਹਰਬਾਨੀਆਂ ਨੇ ਜਿਹੜੀਆਂ ਸਾਡੀ ਕੌਮ ਤੇ ਹੋ ਰਹੀਆਂ। ਅਸੀਂ ਜਲਾਲਤ ਦੇਖ ਰਹੇ ਹਾਂ, ਜ਼ਿੰਦਗੀ ਸਾਡੀ ਬਦਤਰ ਹੋ ਗਈ, ਸਾਡੇ ਗਰੀਬ ਬੱਚੇ ਰੁਲ ਗਏ। ਇਹ ਜਥੇਦਾਰ ਸਾਨੂੰ ਦੱਸੇ, ਜਵਾਬ ਦੇਵੇ ਇਹਦੇ ਪੱਲੇ ਕੀ ਆ, ਇਹ ਕੀ ਦੱਸਣਾ ਚਾਹੁੰਦਾ ਸਾਨੂੰ? ਇਹ ਡਰਾਵਾ ਦੇਣਾ ਚਾਹੁੰਦਾ ਹੈ ਕਿ ਸਿੱਖਾਂ ਨੂੰ ਬੁਲਾ ਲਿਆ, ਮੈਂ ਲਾਠੀਆਂ ਲੈ ਕੇ ਆ ਜਾਓ, ਤੁਸੀਂ ਇੱਥੇ ਵੜਿਓ ਨਾ। ਇਸੇ ਤਰ੍ਹਾਂ ਕੁਟਾਪਾ ਚਾੜ ਕੇ ਤੇ ਅਗਲੇ ਦਿਨ ਇਹਨਾਂ ਨੇ ਮਤਾ ਪਾਸ ਕਰਤਾ, ਇੱਥੇ ਕੋਈ ਪ੍ਰੋਟੈਸਟ ਨਹੀਂ ਕਰੂਗਾ, ਮਤਲਬ ਸਾਨੂੰ ਕੋਈ ਪੁੱਛੋ ਨਾ। ਮੈਂ ਤਾਂ ਹੀ ਉਹ ਚੈਲੰਜ ਕੀਤਾ ਸਵਕਾਰ ਤੇ 7 ਤਰੀਕ ਦਿੱਤੀ ਕਿ ਮੈਂ ਆਊਂਗਾ, ਤੁਸੀਂ ਰੋਕ ਕੇ ਦਿਖਾਓ। ਪਰ ਉਦੋਂ ਇਹ ਮਾਈ ਦੇ ਲਾਲ ਦਿਸੇ ਨਹੀਂ। ਅੱਜ ਹਫ਼ਤੇ ਬਾਅਦ ਨਜ਼ਰ ਆਉਣ ਡਏ ਨੇ। ਹਫ਼ਤੇ ਬਾਅਦ ਕਹਿ ਰਹੇ ਨੇ ਕਿ ਲਾਠੀਆਂ ਲੈ ਕੇ ਆ ਜਾਓ। ਅਸੀਂ ਉਹ ਵੀ ਸਮਾਂ ਦੇਖ ਲਾਂਗੇ, ਦੇ ਟਾਈਮ ਅਸੀਂ ਆਵਾਂਗੇ, ਲਿਆ ਆਪਣੇ ਜਿਹੜੇ ਲਾਠੀਆਂ ਵਾਲੇ ਮਕਾਉਣ। ਪਰ ਤੁਸੀਂ ਖੁੱਡਾਂ 'ਚ ਵੜ ਜਾਂਦੇ ਹੋ। ਮੈਂ ਉਸ ਦਿਨ ਦੇਖਿਆ ਇਹ ਹਰਪ੍ਰੀਤ ਸਿੰਘ ਅਨੰਦਪੁਰ ਬੈਠਾ ਸੀ ਤੇ ਗੋਬਿੰਦ ਲੌਂਗੋਵਾਲ ਕਾਲਜ ਦੇ ਵਿੱਚ ਬੈਠਾ ਸੀ ਲੁਧਿਆਣੇ। ਅਸੀਂ 1 ਹਫ਼ਤਾ ਪਹਿਲਾਂ ਦੱਸਿਆ ਕਿਉਂ ਨਹੀਂ ਉੱਥੇ ਖਲੋਤੇ। ਤੋ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਪ੍ਰਾਤਨ ਸਰੂਪ ਜੇ ਸਾਡੇ ਨਾਲ ਲੱਭੇ ਤੇ ਸਾਡੀ ਕੌਮ ਦਾ ਬੇਸ ਖਤਮ ਹੋ ਜਾਊਗਾ। ਇਹ ਪ੍ਰਬੰਧਕੀ ਮਾਮਲਾ ਹੈ, ਇਹ ਕਰਪਸ਼ਨ ਦਾ ਮਾਮਲਾ ਹੈ।
ਕੁਝ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਹੈ ਸੰਗਤਾਂ ਨੂੰ ਦਿੱਤੇ, ਗੁਰਦੁਆਰਾ ਕਮੇਟੀਆਂ ਨੂੰ ਦਿੱਤੇ, ਲੇਕਿਨ ਉਹਦੀ ਭੇਟਾ ਜਿਹੜੀ ਹੈ ਗੁਰਦੁਆਰਾ ਫੰਡਾਂ ਦੇ ਵਿੱਚ ਜਮ੍ਹਾਂ ਨਹੀਂ ਕਰਵਾਈ। ਇਹ ਘਪਲਾ ਹੈ ਬਹੁਤ ਵੱਡਾ। ਅਸੀਂ ਇਹ ਛਾਪੇ ਦੀਆਂ ਬੀੜਾਂ ਜਿਹੜੀਆਂ ਰੋਜ਼ ਪੜ੍ਹਦੇ ਹਾਂ, ਇਹ ਤੋਂ ਪਾਠ ਕਰਦੇ ਹਾਂ, ਇਹਨਾਂ 'ਚ ਹਜ਼ਾਰਾਂ ਗਲਤੀਆਂ ਆ ਰਹੀਆਂ ਨੇ। ਕਿਸੇ ਨੂੰ ਤਕਲੀਫ ਨਹੀਂ ਹੋ ਰਹੀ, ਕੋਈ ਪੇਨ ਨਹੀਂ ਲੈ ਰਿਹਾ, ਕਿਸੇ ਨੂੰ ਚਾਅ ਨਹੀਂ ਕਿ ਸਾਡੀ ਕੌਮ ਦਾ ਮੂਲ ਆ ਇਹ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਦਰ ਦੀ ਬਾਣੀ ਆ। ਜੇ ਇਹਦੇ ਵਿੱਚ ਮਿਲਾਵਟ ਹੋ ਗਈ ਤੇ ਅਸੀਂ ਰਾੜੇ ਜਾਵਾਂਗੇ, ਸਾਡੇ ਪੱਲੇ ਕੁਛ ਨਹੀਂ ਰਹੂਗਾ। ਸਾਡੀ ਆਤਮਾ ਨੂੰ ਖੁਰਾਕ ਕੀ ਮਿਲੂਗੀ? ਸਾਡੀ ਆਤਮਾ ਨੂੰ ਵਿਕਾਰਾਂ ਤੋਂ ਕਿਹੜੀ ਤਾਕਤ ਬਚਾਊਗੀ? ਤੇ ਗੁਰੂ ਸਾਹਿਬ ਸਾਡੀ ਵਿਚੋਲਗੀ ਕਰਨਗੇ ਤੇ ਕਿਹੜੀ ਚੀਜ਼ ਦੇ ਆਸਰੇ ਕਰਨਗੇ? ਇੱਕ ਨਾਮ ਤੇ ਇੱਕ ਬਾਣੀ, ਇਹ ਦੋ ਸਾਡੀ ਆਤਮਾ ਦਾ ਸਰਮਾਇਆ, ਸਾਡੀ ਖੁਰਾਕ ਹੈ ਤੇ ਪ੍ਰਲੋਕ ਦੀ ਵਸਤੂ ਹੈ। ਇਹ ਪ੍ਰਲੋਕ ਦਾ ਸਿਧਾਂਤ ਇੱਥੇ ਖਤਮ ਹੋ ਰਿਹਾ। ਇਹ ਬਾਦਲ ਹੁਣ ਦੱਸੇ ਜਾਂ ਉਹਦਾ ਮੁੰਡਾ ਦੱਸੇ, ਇਸ ਗਿਆਨੀ ਨੇ ਤੇ ਕੀ ਦੱਸਣਾ? ਇਹ ਗਿਆਨੀ ਤੇ ਉਹਨਾਂ ਦੀ ਬੋਲੀ ਬੋਲਦਾ ਜਿਸ ਤਰ੍ਹਾਂ ਉਹ ਬੁਲਾਉਂਦੇ, ਉਹਨਾਂ ਦਾ ਸਿਖਾਇਆ ਤਿੱਤਰ ਆ। ਸਾਨੂੰ ਸ਼ਿਕਾਰੀ ਦੇ ਜਾਲ 'ਚ ਫਸਾਉਣ ਲਈ ਉਹਨੇ ਇਹਨੂੰ ਆਪਣੇ ਵੱਸ ਕੀਤਾ ਕਿ ਕਿਸੇ ਤਰੀਕੇ ਕੌਮ ਨੂੰ ਕਾਲ ਤਖਤ ਤੇ ਇਕੱਠਿਆਂ ਕਰਕੇ ਪੰਥ ਦਾ ਕਿੱਡੀ ਅਜੀਬ ਜਿਹੀ ਗੱਲ ਆ ਕਿ ਹੁਣ ਸੈਂਟਰ ਸਰਕਾਰ ਨੂੰ ਕਹਿ ਰਹੇ ਨੇ, ਭਾਜਪਾ ਨੂੰ, ਕਿ EVM ਦੀ ਇਹ ਸਰਕਾਰ ਆ। ਜੇ EVM ਦੀ ਸਰਕਾਰ ਭਾਜਪਾ ਆ ਤੇ ਹਰਸਿਮਰਤ ਕਿੱਥੋਂ ਨਿਕਲੀ ਆ? ਬਾਦਲ ਦਾ ਮੁੰਡਾ ਕਿੱਥੋਂ ਨਿਕਲਿਆ? ਤੁਹਾਡੀ ਸਰਕਾਰ ਕਿੱਥੋਂ ਬਣਦੀ ਰਹੀ? ਉਹੀ ਮਸ਼ੀਨਾਂ ਨੇ। ਹੁਣ ਕਿਉਂ ਬੁਰੀਆਂ ਲੱਗਣ ਲੱਗ ਪਈਆਂ? ਇਸ ਗ੍ਰੰਥੀ ਨੂੰ ਕੌਣ ਸਮਝਾਵੇ? ਪਰ ਉਹ ਆਪ ਪਿਓ ਪੁੱਤ ਬੋਲਦੇ ਨਹੀਂ, ਇਹਨੂੰ ਅੱਗੇ ਰੱਖਿਆ ਕਿ ਸੁਣਾ ਦੇ ਸਾਡਾ ਮੈਸੇਜ। ਤਾਂ ਅਸੀਂ ਬਹੁਤ ਕੁਝ ਗਵਾ ਚੁੱਕੇ ਹੋਵਾਂਗੇ ਜੇ ਸਾਨੂੰ ਗ੍ਰੰਥ ਨਾ ਮਿਲੇ। 328 ਸਰੂਪ ਜਿਹੜੇ ਨੇ ਉਹ ਛਾਪੇ ਦੇ ਨੇ ਤੇ ਉਹ ਕਿੱਥੇ ਗਏ ਨੇ? ਉਹਨਾਂ ਦੀ ਲੈਜ਼ਰ ਬੁੱਕ ਤੇ ਉਹਨਾਂ ਦੀ ਆਰਡਰ ਬੁੱਕ ਗਾਇਬ ਕੀਤੀ ਹੋਈ ਹੈ। ਤੇ ਇਹ ਜਿਹੜੇ 200 ਸਰੂਪ ਪ੍ਰਾਤਨ, 2 ਦਸਮ ਗ੍ਰੰਥ, 2 ਜਨਮ ਸਾਖੀਆਂ, 28 ਹੁਕਮਨਾਮੇ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਐਂਟਰੀ ਹੋਈ ਆ, ਰਜਿਸਟਰ ਦੇ ਵਿੱਚ ਐਂਟਰੀ ਹੋਈ ਆ, ਇੰਦਰਾਜ ਕੀਤੇ ਹੋਏ ਨੇ, ਪਰ ਰਜਿਸਟਰ ਗਾਇਬ ਨੇ, ਉਹ ਲੱਭਦੇ ਨਹੀਂ ਪਏ। ਲੇਕਿਨ CBI ਨੇ ਇਹਨਾਂ ਦੇ ਸਾਈਨ ਲੈ ਕੇ ਜੋ ਕੁਝ ਦਿੱਤਾ ਇਹਨਾਂ ਨੂੰ, ਉਹ ਨਾ ਹਾਈ ਕੋਰਟ ਦਿੱਤਾ। ਅੱਜ ਮੱਕੜ ਮਰ ਗਿਆ ਜੇ, ਉਹਦੇ ਤੇ ਬਹੁਤ ਕੁਝ ਪਾ ਦੇਣਗੇ ਕਿ ਆ ਵੀ ਕੰਮ ਮੱਕੜ ਦੇ ਸਮੇਂ ਹੋਇਆ ਸੀ, ਉਹ ਵੀ ਕੰਮ ਮੱਕੜ ਦੇ ਸਮੇਂ ਹੋਇਆ ਸੀ। ਤੇ ਕੱਲ ਨੂੰ ਬਾਦਲ ਨੇ ਮਰ ਜਾਣਾ ਤੇ ਗੋਬਿੰਦ ਲੌਂਗੋਵਾਲ ਨੇ ਤੇ ਇਹ ਗ੍ਰੰਥੀਆਂ ਨੇ ਲੱਭਣਾ ਨਹੀਂ। ਪਰਸੋਂ ਅਸੀਂ ਮਰ ਜਾਣਾ, ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ, ਨਾ ਅੱਗੇ ਕੋਈ ਦੱਸਣ ਵਾਲਾ। ਸਾਡੀ ਕੌਮ ਦਾ ਸਰਮਾਇਆ ਖਤਮ ਹੋ ਜਾਊ। ਇਹ ਗਿਆਨੀ ਸਾਨੂੰ ਦਬਕੇ ਮਾਰ ਕੇ ਸਾਡੀ ਕੌਮ ਨੂੰ ਡਰਾਵੇ ਨਾ, ਇਹ ਆਪਣਾ ਆਪ ਬਚਾਵੇ ਕਿ ਸੰਗਤ ਦੇ ਵਿੱਚ ਇਹਨੇ ਆਉਣਾ ਤੇ ਕਿਸ ਤਰ੍ਹਾਂ ਆਉਣਾ। ਸਾਨੂੰ ਡਰਾਵੇ ਨਾ ਦੇਵੇ। ਅਸੀਂ ਸਮਰੱਥ ਹਾਂ, ਸਾਨੂੰ ਗੁਰੂ ਮਹਾਰਾਜ ਦੇ ਦਰ ਦੀ ਕੀਮਤ ਦਾ ਪਤਾ ਹੈ, ਸਾਨੂੰ ਮਰਿਆਦਾ ਦਾ ਪਤਾ ਹੈ। ਸਾਨੂੰ ਨਾ ਦੱਸੇ ਕਿੱਥੇ ਕੀ ਕਰਨਾ। ਇਹ ਆਪਣੀ ਸੁਖਬੀਰ ਤੋਂ ਆਪਣੀ ਜ਼ਿੰਦਗੀ ਬਾਰੇ ਪੁੱਛੇ ਵੀ ਇਹਦਾ ਧਿਆਨ ਕਿਹਨੇ ਰੱਖਣਾ। ਇੱਥੇ ਹੁਣ ਸਿੱਖ ਸੰਗਤਾਂ ਨੇ ਪਾਥੀਆਂ ਮਾਰਨੀਆਂ ਪਿੰਡਾਂ 'ਚ ਵੜਦਿਆਂ ਨੂੰ। ਹੁਣ ਕਹਿੰਦਾ ਹੈ ਜੀ ਕਿ ਤਰੀਕਾ ਹੁੰਦਾ ਪ੍ਰੋਟੈਸਟ ਕਰਨ ਦਾ, ਪਰ ਮੈਂ ਅੱਜ ਫੇਰ ਇਹਨੂੰ ਕਹਿਣਾ ਕਿ ਤਰੀਕਾ ਦੱਸ ਦੇ ਭਲਿਆ ਮਾਨਸਾ, ਅਸੀਂ ਉਹੀ ਤਰੀਕਾ ਵਰਤ ਲਾਂਗੇ, ਪਰ ਸਾਨੂੰ ਜਵਾਬ ਦੇ। ਇਹ ਜਿਹੜੀਆਂ ਗੱਲਾਂ ਨੇ ਇਹ ਆਖੇ ਜੀ ਇਹ ਨਵੀਂ ਪਿਰਤ ਪਾਤੀ ਸਿੰਘ ਸਾਹਿਬ ਨੇ ਘੰਟਾ ਘਰ ਅੱਗੇ ਬੈਠ ਕੇ, ਮੇਰੀ ਇਹ ਨਵੀਂ ਪਿਰਤ ਹੋ ਗਈ ਨਾਮ ਜਪਣ ਦੀ, ਕੀਰਤਨ ਸੁਣਾ ਕੇ ਤੁਹਾਡਾ ਪ੍ਰੋਟੈਸਟ ਕਰਨ ਦੀ। ਤੇ ਤੇਰਾ ਬਾਦਲ ਜਿਹੜਾ ਅਕਾਲ ਤਖਤ ਨੂੰ ਰਾਜਸੀ ਪਲੇਟਫਾਰਮ ਬਣਾ ਕੇ, ਮਰਜੀਵੜੇ ਬਣਾ ਕੇ ਮਰਾਉਂਦਾ ਪਿਆ ਸਿੱਖਾਂ ਨੂੰ, ਉਹ ਪਿਰਤ ਚੰਗੀ ਹੈ? ਉਹ ਤੈਨੂੰ ਚੰਗਾ ਲੱਗਦਾ? ਉਹਦੇ ਖਿਲਾਫ ਤੇਰੀ ਜ਼ੁਬਾਨ ਕਿਉਂ ਨਹੀਂ ਖੁੱਲ੍ਹਦੀ? ਇੱਥੇ ਸੰਤ ਫਤਿਹ ਸਿੰਘ ਨੇ ਆਪਣੇ ਇਸ ਦੇਹ ਨੂੰ ਉੱਤੇ ਸਾੜਨ ਲਈ ਮੜੀ ਬਣਾਈ, ਉਹ ਪਿਰਤ ਚੰਗੀ ਸੀ? ਇਸ ਮੂਰਖ ਗਿਆਨੀ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਪਿਰਤ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਈ। ਗੁਰੂ ਤੇਗ ਬਹਾਦਰ ਸਾਹਿਬ ਆ ਕੇ ਬਾਹਰ ਥੜੇ ਤੇ ਬੈਠੇ ਇਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਮਸੰਦਾਂ ਨੇ, ਤੇ ਗੁਰੂ ਸਾਹਿਬ ਬਾਹਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ।
ਇਹ ਪਿਰਤ ਉਹਨਾਂ ਨੇ ਪਾਈ ਤੇ ਉਹਨਾਂ ਦੇ ਚੰਚਲਾਂ ਤੇ ਅਸੀਂ ਚੱਲੇ ਹਾਂ। ਕਿਸੇ ਹੋਰ ਨੂੰ ਸਬਕ ਸਿਖਾ, ਬਾਦਲ ਨੂੰ ਜਾ ਕੇ ਸਿਖਾ, ਸਾਨੂੰ ਨਾ ਸਿਖਾ, ਅਸੀਂ ਸਿੱਖੇ ਹੋਏ ਹਾਂ। ਧਾਰਮਿਕ ਮਾਮਲਿਆਂ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਤੇ ਸਾਬਕਾ ਜਥੇਦਾਰ ਵਿਚਕਾਰ ਇੱਕ ਸੰਜੀਦਾ ਮੁੱਦੇ ਨੂੰ ਲੈ ਕੇ ਤਲਖੀ ਭਰੀ ਬਿਆਨਬਾਜ਼ੀ ਕਾਰਨ ਸਿੱਖ ਕੌਮ ਅੰਦਰ ਦੁਬਿਧਾ ਤਾਂ ਜ਼ਾਹਿਰ ਤੌਰ ਤੇ ਪੈਦਾ ਹੁੰਦੀ ਹੈ। ਅਜਿਹੇ ਮਾਹੌਲ 'ਚ ਪੰਥਕ ਏਕਤਾ ਸ਼ਬਦ ਕਾਫੀ ਪਿੱਛੇ ਰਹਿ ਗਿਆ ਜਾਪਦਾ ਹੈ। ਬਿਊਰੋ ਰਿਪੋਰਟ ਦਾ ਖਾਲਸ ਟੀਵੀ।